ਤਰੀਏ ਗੁਰ ਵਿਚਾਰ ਨਾਨਕ ਬੇੜੀ ਸੱਚ ਕੀ ਤਰੀਏ ਗੁਰ ਵਿਚਾਰ। ਦੁਨੀਆ ਦੇ ਮਨੁੱਖ ਜਾਂ ਦੁਨੀਆ ਦਾ ਮਨੁੱਖ ਇਸ ਉੱਤਮ ਨਾਮ ਨੂੰ ਸੁਣਦਾ ਨਹੀਂ ਹੈ, ਤੇ ਨਤੀਜਾ ਕੀ ਹੈ? ਹੁਣ ਮਾਲਕ ਨੇ ਦੇਖੋ ਕਿੰਨੇ ਕਮਾਲ ਦੀ ਗੱਲ, ਇਹ ਸੁਵੈਦ ਦੀ ਗੱਲ, ਕਾਮਲ ਵੈਦ ਦੀ ਗੱਲ। ਗੁਰੂ ਕੇਵਲ ਕਾਰਨ ਬਿਆਨ ਨਹੀਂ ਕਰਦਾ, ਨਤੀਜੇ ਵੀ ਬਿਆਨ ਕਰਦਾ ਹੈ। ਸਾਡੇ ਗੁਰਦੇਵ ਜੀ ਕੱਲਾ ਕਾਰਨ ਬਿਆਨ ਨਹੀਂ ਕਰਦੇ, ਨਾਲ ਨਤੀਜੇ ਵੀ ਬਿਆਨ ਕਰਦੇ ਨੇ। ਉਹਨਾਂ ਨੇ ਸਾਡੀ ਜ਼ਿੰਦਗੀ ਦੀ ਕਮਜ਼ੋਰੀ ਨੂੰ ਸਾਡੇ ਸਾਹਮਣੇ ਪਰੋਸ ਕੇ ਰੱਖੀ, ਤੇ ਮਾਲਕ ਕਹਿੰਦੇ ਨੇ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀਂ। ਨਤੀਜਾ ਕੀ ਹੈ? ਗੁਰਦੇਵ ਪਿਤਾ ਕਹਿੰਦੇ ਫਿਰੇ ਜਿਉਂ ਬੇਤਾਲਿਆ। ਨਤੀਜਾ ਇਹ ਹੈ ਕਿ ਦੁਨੀਆ ਦਾ ਮਨੁੱਖ ਤਾਲ ਵਿੱਚ ਨਹੀਂ ਹੈ, ਬੇਤਾਲ ਹੈ, ਮਰਜ਼ਾਦਾ ਵਿੱਚ ਨਹੀਂ ਹੈ, ਬੇਮਰਜ਼ਾਦਾ ਵਿੱਚ ਹੈ। ਹੁਣ ਬੇਮਰਜ਼ਾਦਾ ਵਾਲੇ ਮਨੁੱਖ ਨੂੰ ਅਗਿਆਨੀ ਕਹਿੰਦੇ ਨੇ, ਤੇ ਗੁਰੂ ਨਾਨਕ ਜੀ ਨੇ ਅਗਿਆਨੀ ਮਨੁੱਖ ਦੀ ਘਾਟ ਘੜਨ ਦੇ ਲਈ, ਗਿਆਨੀ ਮਨੁੱਖ ਨੂੰ ਸਿਰਜਣ ਦੇ ਲਈ ਗੁਰਦੇਵ ਸੱਚੇ ਪਾਤਸ਼ਾਹ ਨੇ ਇੱਕ ਹਿੰਮਤ ਕੀਤੀ। ਇਹ ਬਤਾਲਾ ਸੰਸਾਰ ਜਿਹੜਾ ਸੀ, ਅਗਿਆਨੀ ਸੰਸਾਰ ਜਿਹੜਾ ਹੈ, ਜਿਹੜੀ ਪ੍ਰਜਾ ਅੰਧੀ ਗਿਆਨ ਬਿਨ ਹੈ, ਇਸ ਪ੍ਰਜਾ ਨੂੰ ਗੁਰੂ ਨਾਨਕ ਜੀ ਨੇ ਕੁੜਿਆਰ ਦੇ ਰਾਹ ਤੋਂ ਹਟਾ ਕੇ ਸਚਿਆਰ ਬਣਾਉਣ ਦਾ ਜਿਹੜਾ ਉਪਰਾਲਾ ਕੀਤਾ, ਉਹਦੀ ਬੁਨਿਆਦ ਰੱਖੀ ਜਪਜੀ ਸਾਹਿਬ ਦੇ ਅੰਦਰ। ਬਾਬੇ ਨਾਨਕ ਦਾ ਸਵਾਲ ਇਹ ਸਦਾ ਕੂਕਦਾ ਰਹੇਗਾ, ਉੱਚੀ ਉੱਚੀ ਆਵਾਜ਼ ਬੁਲੰਦ ਕਰਦਾ ਰਹੇਗਾ। ਬਾਬੇ ਨਾਨਕ ਦੇ ਹਿਰਦੇ ਦੀ ਆਵਾਜ਼ ਇਸ ਸੰਸਾਰ ਦੇ ਕੋਨੇ ਕੋਨੇ ਤੱਕ ਅੱਜ ਜਾ ਰਹੀ ਹੈ, ਮਨੁੱਖਾਂ ਦੁਆਰਾ ਵੀ ਜਾ ਰਹੀ ਹੈ, ਮੀਡੀਏ ਦੁਆਰਾ ਵੀ ਜਾ ਰਹੀ ਹੈ। ਅੱਜ ਇਹ ਆਵਾਜ਼ ਸੰਸਾਰ ਦੇ ਕੋਨੇ ਕੋਨੇ ਤੱਕ ਜਾਣੀ ਚਾਹੀਦੀ ਹੈ। ਦੇਰ ਹੋ ਰਹੀ ਹੈ, ਕੇਵਲ ਸਚਿਆਰਾ ਹੋਈ ਹੈ। ਇਹ ਸਾਡੇ ਵੀ ਕੰਨਾਂ 'ਚ ਗੂੰਜੀ ਹੈ, ਆਪਾਂ ਵੀ ਸੁਣੀ ਹੈ। ਹੋਇਆ ਕਿ ਆਪਾਂ ਬੜੀ ਵਾਰ ਇਹਨੂੰ ਪੜ੍ਹੇ ਪੌੜੀ ਨੂੰ। ਬਾਬੇ ਨਾਨਕ ਦਾ ਸਵਾਲ ਬਹੁਤਿਆਂ ਦੇ ਧਿਆਨ ਵਿੱਚ ਹੀ ਨਹੀਂ ਆਇਆ, ਬਹੁਤਿਆਂ ਦੇ ਧਿਆਨ ਵਿੱਚ ਹੀ ਨਹੀਂ ਆਇਆ। ਇਹ ਗੁਰੂ ਨਾਨਕ ਜੀ ਕੀ ਕਹਿਣਾ, ਕੀ ਚਾਹੁੰਦੇ ਨੇ? ਇਹ ਕਿਵ ਸਚਿਆਰਾ ਦੀ ਗੱਲ ਗੁਰੂ ਨਾਨਕ ਜੀ ਕੀ ਕਰਦੇ ਨੇ? ਕਿਉਂਕਿ ਮੇਰਾ ਧਿਆਨ ਇਸ ਪਾਸੇ ਜਾਂਦਾ ਹੀ ਨਹੀਂ। ਮੈਂ ਬਾਣੀ ਨੂੰ ਜ਼ਿੰਦਗੀ ਦੇ ਪਾਰ ਉਤਾਰੇ ਦੇ ਮੱਧਮ ਵਰਗੋਂ ਲੈ ਨਹੀਂ ਰਿਹਾ। ਮੇਰੇ ਲਈ ਸ਼ਬਦ ਤਾਰਨ ਦਾ ਸਾਧਨ ਨਹੀਂ ਹੈ। ਮੈਂ ਸ਼ਬਦ ਦੁਆਰਾ ਤਰਨ ਦੇ ਲਈ ਆਪਣੇ ਅੰਦਰ ਇਹ ਜਗਿਆਸਾ ਨਹੀਂ ਰੱਖ ਰਿਹਾ। ਇਹ ਤੇ ਵਿਚਾਰਵਾਨ ਨੇ ਜਿਹੜੇ ਬਾਣੀ ਦੀਆਂ ਮੁਬਾਰਕ ਤੁਕਾਂ ਨੂੰ ਸਾਡੇ ਸਾਹਮਣੇ ਪੇਸ਼ ਕਰ ਰਹੇ ਨੇ, ਤੇ ਕਹਿ ਰਹੇ ਨੇ ਭਲਿਓ ਜੇ ਸ਼ਬਦ ਦੀ ਵਿਚਾਰ ਕਰਨੀ ਆ ਜਾਏਗੀ ਨਾ, ਜੇ ਆਪਾਂ ਸਾਰੇ ਸ਼ਬਦ ਦੀ ਵਿਚਾਰ ਨਾਲ ਜੁੜ ਜਾਵਾਂਗੇ ਨਾ, ਤੇ ਆਪਾਂ ਤਰ ਜਾਵਾਂਗੇ, ਆਪਾਂ ਤਰ ਜਾਵਾਂਗੇ। ਹੁਣ ਪਹਿਲਾ ਨਿਰਣਾ ਤੇ ਸਾਨੂੰ ਇਹ ਕਰਨਾ ਪਏਗਾ ਕਿ ਆਪਾਂ ਤਰਨਾ ਚਾਹੁੰਦੇ ਕਿ ਨਹੀਂ ਚਾਹੁੰਦੇ। ਆਪਾਂ ਤਰਨਾ ਵੀ ਚਾਹੁੰਦੇ ਕਿ ਨਹੀਂ ਚਾਹੁੰਦੇ? ਕਿਤੇ ਆਪਾਂ ਉਸ ਠੂਏ ਵਰਗੇ ਤਾਂ ਨਹੀਂ ਆ ਜਿਹੜਾ ਠੂਆ ਨਾਲੀ 'ਚ ਚੱਲ ਰਹੇ। ਇੱਕ ਰਹਿਮ ਦਿਲ ਬੰਦਾ, ਉਹਦੀ ਨਿਗਾਹ ਉਹ 'ਤੇ ਜਾਂਦੀ ਹੈ, ਉਹਨੂੰ ਚੁੱਕਦਾ ਹੈ, ਬਾਹਰ ਕੱਢਦਾ ਹੈ, ਉਹ ਡੰਗ ਮਾਰਦਾ ਹੈ, ਫਿਰ ਨਾਲੀ 'ਚ ਜਾ ਕੇ ਡਿੱਗ ਪੈਂਦਾ ਹੈ, ਉਹ ਫਿਰ ਚੁੱਕਦਾ ਹੈ, ਬਾਹਰ ਕੱਢਦਾ ਹੈ, ਫਿਰ ਡੰਗ ਮਾਰਦਾ ਹੈ, ਫਿਰ ਨਾਲੀ 'ਚ ਜਾ ਕੇ ਡਿੱਗ ਪੈਂਦਾ ਹੈ। ਇਹ ਕਿਰਿਆ ਇੱਕ ਵਾਰ ਨਹੀਂ, ਨਿਰੰਤਰ ਉਹ ਸੱਜਣ ਕਰੀ ਤੁਰਿਆ ਜਾ ਰਹੇ। ਲਾਗੇ ਇੱਕ ਦੁਨੀਆ ਦੀ ਅਕਲ ਵਾਲਾ ਆ ਗਿਆ, ਕਹਿਣ ਲੱਗੇ ਛੱਡੋ ਖਹਿੜਾ,
ਛੱਡੋ ਖਹਿੜਾ। ਉਹ ਨਹੀਂ ਗੰਦਗੀ ਚੋਂ ਬਾਹਰ ਨਿਕਲਣਾ ਚਾਹੁੰਦਾ, ਤੁਸੀਂ ਕਿਉਂ ਵਾਰ-ਵਾਰ ਤਰੱਦਦ ਕਰਦੇ ਜੇ? ਕੱਢਦੇ ਹੋ, ਉਹ ਫਿਰ ਡੰਗ ਮਾਰਦਾ, ਡਿੱਗ ਪੈਂਦਾ, ਫਿਰ ਕੱਢਦੇ ਹੋ, ਡੰਗ ਮਾਰਦਾ, ਡਿੱਗ ਪੈਂਦਾ। ਭਲਿਆ, ਜੇ ਉਹ ਆਪਣਾ ਕਰਤੱਵ ਨਹੀਂ ਤਿਆਗਦਾ ਤੇ ਮੈਂ ਆਪਣਾ ਕਰਤੱਵ ਕਿਉਂ ਤਿਆਗਾਂ? ਹੁਣ ਧਰਮ ਗਿਆਨੀ ਦਾ ਕਰਤੱਵ, ਗੁਰੂ ਦਾ ਕਰਤੱਵ ਬਚਾਉਣਾ। ਹੁਣ ਅਸੀਂ ਕਿਸ ਤਰ੍ਹਾਂ ਦੇ ਹਾਂ? ਅਸੀਂ ਬਚਣਾ ਕਿ ਨਹੀਂ ਬਚਣਾ, ਇਹ ਸੋਚਣਾ ਪਏਗਾ। ਇਹ ਨੁਕਤਾ ਜਿਹੜਾ ਬੜਾ ਅਹਿਮ ਹੈ, ਇਹ ਬਾਬੇ ਨਾਨਕ ਦਾ ਉਠਾਇਆ ਹੋਇਆ ਸਵਾਲ ਬੜਾ ਮਹੱਤਵਪੂਰਨ ਹੈ। ਗੁਰੂ ਨਾਨਕ ਜੀ ਨੇ ਦੋ ਗੱਲਾਂ ਇਕੱਠੀਆਂ ਕਰ ਦਿੱਤੀਆਂ। ਸਾਰੀ ਬਾਣੀ ਇਹਨਾਂ ਦੋ ਸਵਾਲਾਂ ਦੇ ਉੱਤੇ ਖੜੀ ਕਰ ਦਿੱਤੇ। ਗੁਰੂ ਨਾਨਕ ਜੀ ਨੇ ਸਚਿਆਰ ਕਿਵੇਂ ਬਣਨਾ ਹੈ ਅਤੇ ਸਾਡੇ ਅੰਦਰ ਕੂੜ ਦੀ ਜਿਹੜੀ ਉਸਰੀ ਕੰਧ ਟੁੱਟਣੀ ਕਿਵੇਂ। ਅਤੇ ਆਪਾਂ ਇਸ 38 ਨੰਬਰ ਪੌੜੀ ਤੱਕ ਆਉਣ ਤੋਂ ਪਹਿਲਾਂ 37 ਨੰਬਰ ਪੌੜੀ, ਇਹਦੇ ਅੰਦਰ ਦੋ ਅਵਸਥਾ ਦੀ ਤੁਸਾਂ ਕੱਲ ਚਰਚਾ ਸੁਣ ਲਈਏ। ਇਹਦੇ ਅੰਦਰ ਦੋ ਅਵਸਥਾ ਦੀ ਚਰਚਾ ਕੱਲ ਸੁਣੀ ਹੈ। ਇੱਕ ਚਰਚਾ ਆਪਨੇ ਸੁਣੀ ਹੈ ਕਰਮਖੰਡ ਦੀ, ਇੱਕ ਚਰਚਾ ਆਪਨੇ ਸੁਣੀ ਹੈ ਕਿਹੜੀ ਜੀ? ਉੱਚੀ ਬੋਲੋ ਥੋੜੀ ਜਿਹੀ। ਇੱਕ ਆਪਾਂ ਚਰਚਾ ਸੁਣੀ ਹੈ ਕਰਮਖੰਡ ਦੀ, ਦੂਜੀ ਆਪਾਂ ਚਰਚਾ ਸੁਣੀ ਹੈ ਸੱਚਖੰਡ ਦੀ। ਅਤੇ ਇਹਨਾਂ ਦੋ ਤੋਂ ਪਹਿਲਾਂ ਵੀ ਆਪਾਂ ਦੋ ਅਵਸਥਾ ਹੋਰ ਵੀ ਸੁਣੀਆਂ ਨੇ। ਪਹਿਲਾਂ ਕਿਹੜਾ ਹੈ? ਪਹਿਲਾਂ ਧਰਮਖੰਡ, ਧਰਮਖੰਡ ਦੀ ਚਰਚਾ ਸੁਣੀ। ਫਿਰ ਆਪਾਂ ਗਿਆਨਖੰਡ ਦੀ ਚਰਚਾ ਸੁਣੀ। ਹੁਣ ਧਰਮਖੰਡ ਤੱਕ ਪਹੁੰਚਣ ਤੋਂ ਪਹਿਲਾਂ ਕਿੱਡਾ ਲੰਮਾ ਚੌੜਾ ਜਿਹੜਾ ਗੁਰੂ ਨਾਨਕ ਦਾ ਉਹ ਪੰਧ ਹੈ, ਸ਼ਬਦ ਦੇ ਰਾਹੀਂ ਸੁਰਤ ਕਰਕੇ ਜਾਂਦੀ ਹੈ, ਉਹ ਪਹਿਲੀਆਂ ਪੌੜੀਆਂ 'ਚ ਆਪਾਂ ਨੇ ਸੁਣੇ। ਅਤੇ ਆਪ ਜੀ ਨੇ ਅਨੁਭਵ ਕੀਤਾ ਹੋਏਗਾ ਕਿ ਆਪਾਂ ਕਿਹੜੇ ਖੰਡ ਵਿੱਚ ਹਾਂ। ਆਪਾਂ ਜੇ ਇੱਥੇ ਬੈਠੇ ਹਾਂ, ਆਪਾਂ ਕਿਹੜੇ ਖੰਡ ਵਿੱਚ ਹਾਂ? ਧਰਮਖੰਡ ਹੈ, ਗਿਆਨਖੰਡ ਹੈ, ਸ਼ਰਮਖੰਡ ਹੈ, ਕਰਮਖੰਡ ਹੈ, ਸੱਚਖੰਡ ਹੈ। ਇਹ ਅਵਸਥਾ ਨੇ ਨਾ। ਜਿਵੇਂ ਆਪਾਂ ਮਕਾਨ 'ਤੇ ਚੜ੍ਹਨਾ ਹੋਵੇ ਅਤੇ ਪੌੜੀ ਲੱਗੀ ਹੁੰਦੀ, ਪੌੜੀ ਦਾ ਇੱਕ ਸਿਰਾ ਜ਼ਮੀਨ ਨਾਲ ਲੱਗਿਆ ਹੋਏ। ਹੁਣ ਜ਼ਮੀਨ 'ਤੇ ਤੁਰੇ ਜਾਂਦੇ ਮਨੁੱਖ ਦੇ ਮਨ ਅੰਦਰ ਪਹਿਲਾਂ ਇੱਕ ਸੁਪਨਾ ਆਵੇ, ਫੁਰਨਾ ਫੁਰੇ ਕਿ ਮੈਂ ਮਕਾਨ ਦੀ ਛੱਤ 'ਤੇ ਚੜ੍ਹਨਾ। ਪਹਿਲਾਂ ਸੰਕਲਪ ਆਏਗਾ, ਪਹਿਲਾਂ ਸੰਕਲਪ ਆਏਗਾ ਅਤੇ ਸੰਕਲਪ ਸਾਕਾਰ ਕਰਨ ਦੀ ਅੰਦਰ ਚੇਤਨਾ ਆਏਗੀ। ਚੇਤਨਾ ਆਏਗੀ, ਮਨੁੱਖ ਪੌੜੀ ਦੇ ਨੇੜੇ ਆਏਗਾ। ਫਿਰ ਇਹਦੇ ਅੰਦਰ ਪੌੜੀ 'ਤੇ ਚੜ੍ਹਨਾ ਕਿਵੇਂ ਹੈ, ਇਹਦੇ ਅੰਦਰ ਉਸ ਸੋਚ ਦਾ ਜਨਮ ਹੋਏਗਾ। ਫਿਰ ਪਹਿਲਾ ਕਦਮ ਕਿੱਥੇ ਰੱਖੇਗਾ? ਪਹਿਲੇ ਡੰਡੇ 'ਤੇ ਰੱਖੇਗਾ। ਅਤੇ ਪਹਿਲੇ ਡੰਡੇ 'ਤੇ ਪੈਰ ਰੱਖ ਕੇ ਸੋਚੇਗਾ ਮੈਂ ਜ਼ਮੀਨ ਤੋਂ ਕਿੰਨਾ ਉੱਚਾ ਹੋਣਾ। ਫਿਰ ਉਹੀਓ ਮਨੁੱਖ ਦਾ ਆਪਣਾ ਪੈਰ ਚੁੱਕੇਗਾ, ਚੁੱਕ ਕੇ ਪੌੜੀ ਦੇ ਦੂਜੇ ਡੰਡੇ 'ਤੇ ਰੱਖੇਗਾ। ਉਹਨੇ ਮੰਜ਼ਿਲ 'ਤੇ ਜਾਣਾ ਹੈ। ਅੰਦਰ ਚੇਤਨਾ ਚੱਲ ਰਹੀ ਹੈ, ਅੰਦਰ ਉਹਦੇ ਸਾਹਮਣੇ ਮੰਜ਼ਿਲ ਨਿਸ਼ਾਨਾ ਸਾਹਮਣੇ ਪਿਆ ਹੋਏ। ਉੱਥੇ ਆਏਗਾ, ਉਹਨੂੰ ਹੋਰ ਥੋੜ੍ਹਾ ਜਿਹਾ ਆਪਣੇ ਆਪੇ 'ਤੇ ਮਾਣ ਹੋਏਗਾ। ਮੈਂ ਪਹਿਲਾਂ ਜ਼ਮੀਨ 'ਤੇ ਸੀ, ਫਿਰ ਮੈਂ ਪਹਿਲੇ ਡੰਡੇ 'ਤੇ ਆਇਆ, ਫਿਰ ਮੈਂ ਦੂਜੇ ਡੰਡੇ 'ਤੇ ਆਇਆ, ਫਿਰ ਦੂਜੇ ਡੰਡੇ 'ਤੇ ਆ ਕੇ ਫਿਰ ਪੈਰ ਤੀਜੇ ਡੰਡੇ 'ਤੇ ਜਾਏਗਾ। ਫਿਰ ਰਵਾਨਗੀ ਆਏਗੀ। ਤੁਸੀਂ ਆਪਨੇ ਪੜ੍ਹਿਆ ਆਪਾਂ ਇਹ ਤਰ੍ਹਾਂ ਪੱਤ ਪਵੜੀਆਂ, ਇਹ ਤਰ੍ਹਾਂ ਪੱਤ ਪਵੜੀਆਂ। ਹਾਂਜੀ, ਪਵੜੀ 'ਤੇ ਚੜ੍ਹਨਾ ਪਏਗਾ। ਅਤੇ ਚੜ੍ਹ ਕੇ ਕੀ ਹੋਏਗਾ?
ਡੰਡੇ ਕਈ ਨੇ, ਛੱਤਾਂ ਕਈ ਨਹੀਂ। ਪੌੜੀ ਦੇ ਡੰਡੇ ਕਈ ਨੇ, 12 ਡੰਡੇ ਨੇ, 13 ਡੰਡੇ ਨੇ, 21 ਡੰਡੇ ਨੇ, ਕੋਈ ਮੈਂ ਨਹੀਂ ਰੱਖਦਾ ਕਿੰਨੇ ਡੰਡੇ ਨੇ। ਜਦੋਂ ਮੰਜ਼ਿਲ ਸਾਹਮਣੇ ਹੈ ਨਾ ਭਾਗਾਂ ਵਾਲਿਓ, ਸਫ਼ਰ ਦੀ ਦੂਰੀ ਦੇ ਕੋਈ ਅਰਥ ਨਹੀਂ ਹੁੰਦੇ। ਨਿਸ਼ਾਨੇ 'ਤੇ ਜਾਣ ਦੀ ਤਮੰਨਾ ਹੋਣੀ ਚਾਹੀਦੀ ਹੈ। ਨਿਸ਼ਾਨੇ 'ਤੇ ਪਹੁੰਚਣ ਦੇ ਲਈ ਅੰਦਰ ਜਜ਼ਬਾ ਹੋਣਾ ਚਾਹੀਦਾ ਹੈ। ਜੇ ਜਜ਼ਬਾ ਪੈਦਾ ਹੋ ਗਿਆ ਫਿਰ ਉਹ ਬੰਦਾ ਮੰਜ਼ਿਲ 'ਤੇ ਜਾਏਗਾ ਹੀ ਜਾਏਗਾ। ਜਦੋਂ ਤੇਜ ਸਿੰਘ ਨੇ ਫੈਸਲਾ ਕੀਤਾ ਹੋਏਗਾ ਐਵਰੈਸਟ ਦੀ ਚੋਟੀ 'ਤੇ ਚੜ੍ਹਨਾ ਹੈ, ਉਹਦੇ ਸਾਹਮਣੇ ਨਿਸ਼ਾਨਾ ਆ ਗਿਆ ਹੋਏਗਾ। ਕਿੰਨੀ ਦੇਰ ਲੱਗੀ ਹੋਏਗੀ, ਪਹਿਲੀ ਵਾਰ ਕਾਮਯਾਬ ਹੋਇਆ ਹੋਏਗਾ ਕਿ ਨਹੀਂ ਹੋਇਆ ਹੋਏਗਾ, ਪਹਿਲੀ ਵਾਰ ਗਿਆ ਹੋਏਗਾ ਕਿ ਨਹੀਂ ਗਿਆ ਹੋਏਗਾ, ਪਰ ਅੰਦਰ ਇੱਕ ਹਿੰਮਤ ਹੈ ਕਿ ਮੈਂ ਚੋਟੀ 'ਤੇ ਚੜ੍ਹਨਾ। ਬਸ ਗੁਰੂ ਨਾਨਕ ਨੇ ਇੱਕ ਨਿਸ਼ਾਨਾ ਖੜਾ ਕੀਤਾ। ਨਿਸ਼ਾਨਾ ਹੈ ਕਿ ਸਚਿਆਰਾ ਹੋਈਏ। ਇਹ ਸਾਡੇ ਸਾਰਿਆਂ ਦੇ ਅੰਦਰ ਇੱਕ ਨਿਸ਼ਾਨਾ ਵੱਜਣਾ ਚਾਹੀਦਾ। ਇਹ ਨਿਸ਼ਾਨੇ ਦਾ ਜਨਮ ਹੋਣਾ ਚਾਹੀਦਾ। ਅੱਜ ਬਾਬੇ ਨਾਨਕ ਜੀ ਦੀ ਬਾਣੀ ਇਹ ਨਿਸ਼ਾਨਾ ਤੇ ਦੇ ਰਹੀ ਹੈ। ਇਹ ਨਿਸ਼ਾਨਾ ਤੇ ਸਾਡੇ ਅੰਦਰ ਸਿਰਜ ਰਹੀ ਹੈ। ਸਾਡੇ ਅੰਦਰ ਨਿਸ਼ਾਨੇ ਤੇ ਜਾਣ ਦੇ ਲਈ ਇਹ ਵੀ ਨਾਲ ਸਾਨੂੰ ਕਹਿ ਰਹੀ ਹੈ, ਭਲਿਆ ਜੇ ਤੂੰ ਸਚਿਆਰ ਬਣਨਾ ਹੀ ਨਾ, ਚੇਤਾ ਰੱਖੀਂ ਜਿਹੜੀ ਤੇਰੇ ਅੰਦਰ ਕੰਧ ਉਸਰੀ ਹੈ, ਜਿਹੜੀ ਤੂੰ ਕੂੜ ਦੀ ਦੀਵਾਰ ਖੜੀ ਕਰ ਰੱਖੀ ਹੈ, ਇਹ ਕੂੜ ਦੀ ਦੀਵਾਰ ਢਾਏ ਤੋਂ ਬਗੈਰ ਤੂੰ ਸਚਿਆਰ ਕਦੀ ਨਹੀਂ ਬਣ ਸਕੇਗਾ। ਜਦੋਂ ਤੱਕ ਕੂੜ ਦੀ ਕੰਧ ਨਹੀਂ ਢਾਏਗਾ ਤੂੰ ਕਦੀ ਵੀ ਸਚਿਆਰ ਨਹੀਂ ਬਣ ਸਕੇਗਾ। ਹੁਣ ਚਲੀਏ ਭਾਈ ਮੰਝ ਦੀ ਜ਼ਿੰਦਗੀ ਦੀ ਸਾਖੀ ਸੁਣੀਏ ਨਾ ਆਪਾਂ। ਕਿਉਂ ਭਾਗਾਂ ਵਾਲੇ ਆਪਾਂ ਵੀ ਗੁਰਦੇਵ ਦੇ ਕੋਲ ਆਏ ਹਾਂ। ਭਾਈ ਮੰਝ ਜੀ ਪਹਿਲੀ ਵਾਰ ਆਪ ਜੀ ਜੈਸੇ ਸਤ ਸੰਗੀਆਂ ਨਾਲ ਆਇਆ ਸੀ ਤੇ ਉਹਨੇ ਆ ਕੇ ਗੁਰਦੇਵ ਦਾ ਦਰਬਾਰ ਸੁਣਿਆ ਸੀ ਪਹਿਲਾਂ ਗੁਰੂ ਨਾਨਕ ਦੇ ਘਰ ਬਾਰੇ, ਤੇ ਚਲਦਿਆਂ ਸੰਗਤ ਦੇ ਨਾਲ ਰਲ ਗਿਆ। ਚਲਦਿਆਂ ਗੁਰੂ ਬਾਬੇ ਨਾਨਕ ਦੇ ਘਰ ਆਇਆ। ਇੱਥੇ ਆ ਕੇ ਸਿੱਖ ਨੂੰ ਗੁਰੂ ਦੇ ਦਰਬਾਰੇ 'ਤੇ ਝੁਕਦਿਆਂ ਦੇਖਿਆ ਤੇ ਗੁਰੂ ਕੋਲ ਬਹਿੰਦਿਆਂ ਦੇਖਿਆ, ਗੁਰੂ ਦੀ ਗੱਲ ਨੂੰ ਸੁਣਦਿਆਂ ਦੇਖਿਆ, ਗੁਰੂ ਦੇ ਦਰਬਾਰੇ 'ਤੇ ਸੇਵਾ ਕਰਦਿਆਂ ਦੇਖਿਆ, ਤੇ ਸਾਰਾ ਕੁਝ ਦੇਖ ਕੇ ਕਹਿੰਦਾ, ਓਹੋ ਮੰਝ ਤੂੰ ਤੇ ਗਲਤ ਰਸਤੇ 'ਤੇ ਤੁਰਿਆ ਜਾ ਰਿਹਾ। ਆਪਣੇ ਨਾਲ ਗੱਲ ਕਰ ਲਈ, ਮਹੇਸ਼ਿਆ ਤੂੰ ਤੇ ਆ ਗਲਤ ਰਸਤੇ 'ਤੇ ਤੁਰਿਆ ਜਾ ਰਿਹਾ। ਅਸਲੀ ਮਾਰਗ ਤੇ ਇਹ ਮਾਰਗ ਹੈ ਜਿਸ ਮਾਰਗ 'ਤੇ ਆ ਧੰਨ ਗੁਰੂ ਨਾਨਕ ਦੇ ਸਿੱਖ ਚੱਲਦੇ ਨੇ। ਅਸਲੀ ਮਾਰਗ ਤੇ ਇਹ ਮਾਰਗ ਹੈ ਜਿਸ ਰਾਹ 'ਤੇ ਚਲਦਿਆਂ ਜ਼ਿੰਦਗੀ ਦੀ ਮੰਜ਼ਿਲ ਮਿਲਣੀ ਹੈ। ਉਹ ਮਾਰਗ ਤੇ ਸ਼ਬਦ ਦਾ ਮਾਰਗ ਹੈ, ਗਿਆਨ ਦਾ ਮਾਰਗ ਹੈ, ਵਿਚਾਰ ਦਾ ਮਾਰਗ ਹੈ। ਤੂੰ ਤੇ ਐਵੇਂ ਕਰਮ ਕਾਂਡਾਂ ਦੇ ਮਾਰਗ 'ਤੇ ਪਿਆ ਹੋਇਆ, ਐਵੇਂ ਪੱਥਰ ਅੱਗੇ ਮੱਥਾ ਰਗੜੀ ਤੁਰਿਆ ਜਾ ਰਿਹਾ। ਤੂੰ ਤੇ ਐਵੇਂ ਵੀਰਵਾਰ ਦੇ ਵੀਰਵਾਰ ਰੋਟ ਚੜਾਈ ਤੁਰਿਆ ਜਾ ਰਿਹਾ, ਐਵੇਂ ਚਿਰਾਗ ਬਾਲ ਕੇ ਤੇਲ ਤੂੰ ਖਤਮ ਕਰੀ ਤੁਰਿਆ ਜਾ ਰਿਹਾ। ਭਲਿਆ ਤੂੰ ਤੇ ਕਿਤੇ ਜਾ ਹੀ ਨਹੀਂ ਸਕੇਗਾ। ਆਪਣੇ ਅੰਦਰ ਇੰਨੇ ਸਵਾਲ ਖੜੇ ਹੋ ਗਏ ਸ਼ਬਦ ਦੀ ਚੇਤਨਾ 'ਚੋਂ, ਤੇ ਮੰਗਿਆ ਕੀ ਸੀ ਉਹਨੇ? ਜਿਹਦੇ ਅੰਦਰ ਸਚਿਆਰ ਬਣਨ ਦੀ ਸੋਚ ਜਨਮ ਲੈਂਦੀ ਹੈ ਨਾ ਭਲਿਓ, ਉਹਦੇ ਅੰਦਰ ਬਾਬੇ ਨਾਨਕ ਦੇ ਸ਼ਬਦ ਦੀ ਸਿੱਖਿਆ ਆਉਂਦੀ ਹੈ। ਸਿੱਖਿਆ ਕੀ ਹੈ? ਉਹ ਸਿੱਖਿਆ ਬੜੀ ਕਮਾਲ ਦੀ। ਸੋਠ ਰਾਗ ਦੇ ਅੰਦਰ ਬਾਬੇ ਨਾਨਕ ਜੀ ਦਾ ਸ਼ਬਦ ਹੈ। ਅੱਜ ਅਸੀਂ ਗੁਰਦੇਵ ਦੇ ਘਰ ਵਿੱਚ ਆਉਂਦੇ ਹਾਂ, ਸਾਡੀਆਂ ਮੰਗਾਂ ਦੀ ਜਿਹੜੀ ਸੂਚਨਾ ਹੁੰਦੀ ਹੈ ਉਹ ਕਿਹੜੀ ਹੁੰਦੀ ਹੈ? ਕਿੱਡੀ ਲੰਮੀ ਸੂਚੀ ਸਾਡੇ ਕੋਲ ਹੈ। ਉਹ 'ਚ ਕੀ ਹੈ? ਕਦੀ ਆਪਣੀ ਸੂਚੀ ਆਪਾਂ ਦੇਖਿਆ ਕਰੀ। ਪਰ ਮੇਰਾ ਬਾਬਾ ਨਾਨਕ ਕਿਉਂਕਿ ਕਹਿੰਦੇ ਤੂੰ ਸਚਿਆਰ ਬਣਨਾ, ਤੇ ਸਚਿਆਰ ਬਣਨ ਵਾਲੇ ਮਨੁੱਖ ਦੇ ਅੰਦਰ ਦੀ ਜਿਹੜੀ ਸੁਰਤ ਹੈ ਉਹਦਾ ਦੀਦਾਰ ਕਰਾਉਂਦਿਆਂ ਕਹਿੰਦੇ ਨੇ ਕਿ ਜਿਹਨੇ ਸਚਿਆਰ ਬਣਨ ਦਾ ਫੁਰਨਾ ਲੈ ਲਿਆ, ਜਿਹਨੇ ਸਚਿਆਰ ਬਣਨ ਵਾਲੇ ਮਾਰਗ 'ਤੇ ਕਦਮ ਰੱਖ ਲਿਆ, ਉਹਦੀ ਰੂਹ 'ਚੋਂ ਇੱਕ ਆਵਾਜ਼ ਨਿਕਲੇਗੀ, ਮੈਂ ਕਿਆ ਮੰਗੂ, ਮੈਂ ਕਿਆ ਮੰਗੂ।
किछ थिर ना रहाई। हुण सचियार बनना। कूड़ दी कंठ टुट गई। जदों दीवार टुट गई, टुटी हुई दीवार जदों निकल गई, टह गई दीवार, टह टेरी हो गई, अंदर संकल्प रह गया कि मैं सचियार बनना है। फिर बाबे आ गया परमेश्वर के दवारे ते आके अरजोही करदा, मैं क्या मांगू किस थिर ना रहाई। हर हर दीजा ऐ परमात्मा नहीं मैं दे दियो, अपना प्यारा नाम दे दो। हर दीजे नाम प्यारी जी, जिहड़ा तुहाडा प्यारा नाम है ना वो मैनू दे दियो, ताकि उस तो बगैर मेरा गुजारा नहीं जी होना। बस यही गल गुरु नानक जी समझानी चाहते। आपां धर्मखंड देखिया, तुसां दर्शन कीते धर्मखंड दे, उस थोड़ा होर अगे आपां चले गए। आप जी ने ज्ञान खंड देखिया, ज्ञान खंड का दीदार आप दी अखां अगे आया, किन्ना घेरा वध गया। उस तो बाद मशक्कत आ गया, शर्मखंड, ਉਹਦੇ ਵਿੱਚ भी बाणी का तेज बनावट इस तरह की बन गई, उस भी गल चली। फिर आ गया कर्मखंड, कर्मखंड भी बाणी का गल आ गई, बनावट की गल आ गई, बख्शिश का घर जिन्होंने आप कहने। उत्थे किस तरह की बनावट वाले रहंदे ने, उन्हां दी मानसिक अवस्था किस तरह की है, वो किवें दी सुरतियां बिरतियां वाले ने, उन्हां दे अंदर किस तरह का ध्यान है, उन्हां दे हिरदे की अवस्था किस तरह की है, ये सारा कुछ आपां ने ना देख लिया कर्मखंड दे विच। कित्थे सीतो सीता महिमा माहे, ताकि रूप ना कथने जाए। आप देख लिया, अवस्था देख ली। हुण सुपना है सचियार बनना, सच दे वातावरण जाना। फिर असीं पंजवां खंड, पंजवीं दशा, पंजवीं अवस्था आपने माणी। अवस्था की है सचखंड। किथे है, किथे है, क्यों जी सचखंड किथे है? सानू को पुछ लेता की उत्तर देंगे। आप किथे बैठे हैं, किथे बैठे हैं आप? बोलिए ना सारे, आप किथे बैठे हैं? सचखंड में। सच कौन है? परमेश्वर है। सच की है? बाणी है। सच की है? परमेश्वर का नाम है। हुण सच दे नाल साडी सुरत ने जुड़ना है, तो सच नाल जुड़ी हुई सुरत जिहड़ी है ना, उहदी अवस्था किस तरह की बनती है? हुण दिखाई की देंदा है? हुण सचखंड कल्पना की दुनिया है, क्यों भागां वाले? सचखंड कोई कल्पना की दुनिया है? कहो कबीर, कहो कबीर, कहिए काहे, कहो कबीर, कहिए काहे। अगे की है जी? बिल्कुल ठीक वीर जी बोल रहे ने, आप भुल गए। कल भी गुणिया ने तेरे नाल गल कीती होएगी। कहो कबीर, कहिए काहे, साध संग बैकुंठे आए। बैठे हैं ना, यह बैकुंठ है। तो सुखमनी साहब की पावन बाणी च पढ़े हुए पढ़ते हैं आप, मालिक ने कितनियां रहमतां कीतियां ने। सरबकुंठ, सरबकुंठ मुकत मुख पाए, एक निमख हर के गुण गाए। साध संग, साध संग सचखंड है। आए च रोखे खोले बाणी। साध संग सचखंड है,
ਆਏ ਚਰੋਖੇ ਖੋਲੇ ਬਾਣੀ, ਵਿੱਚ ਸੰਗਤ ਸਾਰੇ ਬੋਲ ਲਈਏ, ਵਿੱਚ ਸੰਗਤ ਹਰ ਪ੍ਰਭ ਵਸੇ ਜੀਉ, ਸੱਚਖੰਡ ਵਸੈ ਨਿਰੰਕਾਰ। ਹੁਣ ਅੱਗੇ ਚੱਲ ਪਈ। ਹੁਣ 38 ਨੰਬਰ ਪੌੜੀ ਦੀ ਆਪਾਂ ਪਹਿਲੀ ਪੰਕਤੀ ਦੀ ਥੋੜ੍ਹੀ ਜਿਹੀ ਵਿਚਾਰ ਕਰਾਂਗੇ, ਬਾਕੀ ਵਿਚਾਰ ਆਪਾਂ ਕੱਲ੍ਹ ਨੂੰ ਕਰਾਂਗੇ, ਤਾਂ ਕਿ ਗੱਲ ਸਾਡੇ ਸਾਹਮਣੇ ਸਮਝ ਹੋ ਜਾਏ। ਤੇ ਵੀਰਾ ਜੀ ਪਹਿਲੀ ਪੌੜੀ ਦਾ ਪਾਠ ਕਰਨ ਲੱਗੇ ਜੀ। ਵਾਹਿਗੁਰੂ ਜੀ। ਜਤ ਪਾਹਾਰਾ ਧੀਰਜ ਸੁਨਿਆਰ, ਅਹਰਣ ਮਤ ਵੇਦ ਹਥਿਆਰ। ਹੁਣ ਸਾਡੇ ਸਾਹਮਣੇ ਸੰਸਾਰ ਪਿਆ, ਸੰਸਾਰ ਦੇ ਅੰਦਰ ਮਨੁੱਖ ਦੇ ਕੋਲ ਪਰਮਾਤਮਾ ਨੇ ਬੁੱਧੀ ਦਿੱਤੀ ਹੈ, ਤੇ ਬੰਦਾ ਪਰਮਾਤਮਾ ਦਿੱਤੀ ਤੇ ਬੁੱਧੀ ਦੇ ਨਾਲ ਇੱਥੇ ਕਿੰਨਾ ਕੁਝ ਘੜਦਾ ਹੈ, ਕਿੰਨਾ ਕੁਝ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਕਦੇ ਅਸੀਂ ਸੰਸਾਰ ਅੰਦਰ ਵਿਚਰਦੇ ਹਾਂ, ਦੇਖਦੇ ਹਾਂ ਸਾਡੇ ਸਾਹਮਣੇ ਕਿੰਨਾ ਕੁਝ ਘੜਿਆ ਜਾਂਦਾ ਹੈ, ਕਿੰਨਾ ਕੁਝ ਬਣਾਇਆ ਜਾਂਦਾ ਹੈ। ਪਰ ਧੰਨ ਗੁਰੂ ਨਾਨਕ, ਉਹਨਾਂ ਨੇ ਸਾਡੇ ਸਾਰਿਆਂ ਦਾ ਧਿਆਨ ਜਿਹੜਾ ਨਾ ਇੱਕ ਬੜੇ ਕੀਮਤੀ ਮਨੁੱਖ ਦੇ ਦ੍ਰਿਸ਼ਟਾਂਤ ਵਾਲੇ ਪਾਸੇ ਮੇਰੇ ਮਾਲਕ ਜੀ ਲੈ ਗਏ ਨੇ, ਜਿੱਥੇ ਆਮ ਸੰਸਾਰ ਦਾ ਬੰਦਾ ਜਾਂਦਾ ਹੈ। ਇਹ ਜਿੰਨੇ ਸ਼ਬਦ ਆਣੇ ਹਨ, ਸੁਨਿਆਰ ਦਾ ਸ਼ਬਦ ਆਇਆ, ਬਨਿਹਾਰ ਦਾ ਸ਼ਬਦ ਆਇਆ, ਐਰਨ ਦਾ ਸ਼ਬਦ ਆਇਆ, ਹਥਿਆਰ ਦਾ ਸ਼ਬਦ ਆਇਆ। ਇਹ ਸਾਰੇ ਸ਼ਬਦ ਕਿੱਥੋਂ ਮਿਲਣਗੇ ਇਕੱਠੇ ਸਾਨੂੰ? ਸਾਡੇ ਗੁਰਦੇਵ ਜੀ ਸਾਨੂੰ 38 ਨੰਬਰ ਪੌੜੀ ਤੇ ਸ਼ਿਖਰ ਤੇ ਲੈ ਕੇ ਜਾਣਾ ਚਾਹੁੰਦੇ ਨੇ। ਸਾਡੇ ਅੰਦਰ ਸਿਖਰਲੀ ਅਵਸਥਾ ਨੂੰ ਸਿਰਜਣਾ ਚਾਹੁੰਦੇ ਨੇ। ਜਿਨ੍ਹਾਂ ਨੇ ਆਪਾਂ ਨੇ 37 ਪੌੜੀਆਂ ਦੀ ਕਥਾ ਸੁਣ ਲਈ, ਵਿਚਾਰ ਸੁਣ ਲਏ, ਗੁਰਦੇਵ ਪਿਤਾ 38 ਨੰਬਰ ਪੌੜੀ ਦੇ ਅੰਦਰ ਸਾਡੇ ਅੰਦਰ ਕੁਝ ਬੇਸ਼ਕੀਮਤੀ ਸਾਡੇ ਅੰਦਰ ਸਿਰਜਣਾ ਕਰਨੀ ਚਾਹੁੰਦੇ ਨੇ, ਕਰਨਾ ਚਾਹੁੰਦੇ ਨੇ। ਸਾਡੇ ਧਿਆਨ ਦੀ ਪੁਖਤਾ ਮਜ਼ਬੂਤੀ ਕਰਨੀ ਚਾਹੁੰਦੇ ਨੇ। ਤੇ ਮਾਲਕ ਕਹਿੰਦੇ, ਭਲਿਆ ਕਦੀ ਤੂੰ ਆਪਣੀ ਜ਼ਿੰਦਗੀ ਅੰਦਰ ਤੁਰਦਿਆਂ ਤੁਰਦਿਆਂ ਉੱਥੇ ਚਲੇ ਜਾਇਆ ਕਰ ਜਿੱਥੇ ਸੁਨਿਆਰਾ ਬੈਠਾ ਹੋਵੇ, ਜਿੱਥੇ ਸੁਨਿਆਰਾ ਬੈਠਾ ਹੋਏ। ਕਿਉਂ ਜੀ? ਆਪਾਂ ਤੇ ਜਿੰਨੇ ਬੈਠੇ ਲਗਭਗ ਸਾਰੇ ਸੁਨਿਆਰਿਆਂ ਕੋਲ ਗਏ ਹੋਵਾਂਗੇ ਕਿ ਨਹੀਂ? ਕਿਉਂ ਭੈਣੋ? ਇਹ ਤੇ ਹੁਣ ਤੁਹਾਡੀ ਗੱਲ ਹੈ ਨਾ, ਉੱਚੀ ਕਹਿਣਾ ਚਾਹੀਦਾ, ਤੁਹਾਨੂੰ ਤਾਂ ਬੋਲ ਪੈਣਾ ਚਾਹੀਦਾ। ਤੇ ਜੇ ਬੀਬੀਆਂ ਗਈਆਂ ਹੋਣਗੀਆਂ ਤੇ ਭਾਈਆਂ ਦੀ ਮਜਬੂਰੀ ਹੈ ਮਗਰ ਮਗਰ ਜਾਣਾ। ਕਿਉਂ ਜੀ? ਜੇ ਬੀਬੀ ਸੁਨਿਆਰੀ ਦੁਕਾਨ ਤੇ ਜਾਏਗੀ ਤੇ ਭਾਈ ਜੀ ਨੂੰ ਤਾਂ ਮਗਰ ਤੁਰਨਾ ਹੀ ਪਏਗਾ, ਭਾਵੇਂ ਨਾ ਵੀ ਚਾਹੁੰਦਾ ਹੋਵੇ, ਨਾ ਵੀ ਸਮਰੱਥਾ ਹੋਵੇ। ਪਰ ਅਸੀਂ ਸੁਨਿਆਰੇ ਦੀ ਦੁਕਾਨ ਤੇ ਜਾ ਕੇ ਗੁਰੂ ਨਾਨਕ ਦੀ ਅੱਖ ਨਾਲ ਲੈ ਕੇ ਨਹੀਂ ਗਏ। ਅਸੀਂ ਸੁਨਿਆਰੇ ਦੀ ਦੁਕਾਨ ਤੇ ਗਏ ਹਾਂ, ਪਰ ਅਸੀਂ ਸੁਰਤੀ ਆਪਣੀ ਨਾਲ ਲੈ ਕੇ ਗਏ ਹਾਂ, ਸੋਚ ਆਪਣੀ ਨਾਲ ਲੈ ਕੇ ਗਏ ਹਾਂ, ਬਾਬੇ ਨਾਨਕ ਦੀ ਸੋਚ ਨਾਲ ਲੈ ਕੇ ਨਹੀਂ ਗਏ। ਗੁਰੂ ਨਾਨਕ ਜੀ ਦੀ ਖੂਬਸੂਰਤੀ, ਗੁਰੂ ਨਾਨਕ ਜੀ ਇੱਕ ਨਿੱਕੀ ਨਿੱਕੀ ਸਾਹਮਣੇ ਵਾਪਰ ਰਹੀ ਘਟਨਾ ਦੇ ਵਿੱਚੋਂ ਗਿਆਨ ਦਾ ਸੋਮਾ ਉਹਨਾਂ ਨੂੰ ਫੁੱਟਦਾ ਦਿਖਾਈ ਦਿੰਦਾ ਹੈ। ਤੇ ਮੇਰੇ ਵਰਗੇ ਮਨੁੱਖ ਦੀ ਕਮਜ਼ੋਰੀ, ਮੈਨੂੰ ਗਿਆਨ ਦੇ ਸਾਗਰ ਕੋਲ ਆ ਕੇ ਵੀ ਗਿਆਨ ਮੈਨੂੰ ਦਿਖਾਈ ਨਹੀਂ ਦਿੰਦਾ। ਮੈਨੂੰ ਗੁਰਦੁਆਰੇ ਵਿੱਚ ਆ ਕੇ ਵੀ ਗਿਆਨ, ਬਾਣੀ ਨੂੰ ਪੜ੍ਹਦਿਆਂ ਵੀ ਮੈਨੂੰ ਗਿਆਨ ਦਾ ਪਤਾ ਨਹੀਂ ਲੱਗਦਾ। ਤੇ ਧੰਨ ਗੁਰੂ ਨਾਨਕ ਜੀ ਸੁਨਿਆਰੇ ਦੀ ਦੁਕਾਨ ਦੇ ਉਦਾਹਰਣ ਦੇ ਕੇ ਸਾਡੀ ਜ਼ਿੰਦਗੀ ਬਦਲ ਦੇਣੀ ਚਾਹੁੰਦੇ ਨੇ, ਸਾਨੂੰ ਪਰਿਵਰਤਨ ਕਰ ਦੇਣਾ ਚਾਹੁੰਦੇ ਨੇ। ਸਾਡੀ ਸੋਚ ਦੇ ਅੰਦਰ ਸਾਨੂੰ ਸ਼ਬਦ ਦੀ ਘਾੜਤ,
ਕਿਵੇਂ ਘੜੀ ਜਾਣੀ ਹੈ? ਭਲਿਆ ਤੇਰੀ ਜ਼ਿੰਦਗੀ ਕਿਸ ਤਰ੍ਹਾਂ ਦੀ ਚਾਹੀਦੀ ਹੈ? ਤੂੰ ਦੇਖ ਆਇਆ ਧਰਮ ਖੰਡ, ਤੂੰ ਦੇਖ ਆਇਆ ਗਿਆਨ ਖੰਡ, ਤੂੰ ਦੇਖ ਆਇਆ ਸ਼ਰਮ ਖੰਡ, ਤੂੰ ਵੇਖ ਆਇਆ ਭਲਿਆ ਕਰਮ ਖੰਡ। ਤੂੰ ਸੱਚਖੰਡ ਦੀ ਵੀ ਗੱਲ ਤੇਰੇ ਜ਼ਿਹਨ ਵਿੱਚ ਆ ਗਈ ਹੈ। ਭਲਿਆ ਇਸ ਦੀਵਤਾ ਨੂੰ ਕਾਇਮ ਕਿਵੇਂ ਰੱਖੇਗਾ, ਬਰਕਰਾਰ ਕਿਵੇਂ ਰੱਖੇਗਾ? ਆ ਤੇਰੇ ਕੋਲ ਐ ਕੁਝ ਤੈਨੂੰ ਚਾਹੀਦਾ ਹੈ। ਤੂੰ ਸੁਨਿਆਰਾ ਬਣਨਾ ਹੈ, ਉਹਦੇ ਵਰਗੀ ਤੇਰੇ ਕੋਲ ਕਲਾ ਚਾਹੀਦੀ ਹੈ, ਉਹਦੇ ਵਰਗੀ ਤੇਰੇ ਕੋਲ ਜੁਗਤੀ ਚਾਹੀਦੀ ਹੈ, ਉਹਦੇ ਵਰਗੇ ਤੇਰੇ ਕੋਲ ਢੰਗ ਤਰੀਕਾ ਚਾਹੀਦਾ ਹੈ, ਉਹਦੇ ਵਾਂਗ ਤੇਰੇ ਕੋਲ ਸਾਧਨ ਚਾਹੀਦੇ ਨੇ। ਭਲਿਆ ਜੇ ਤੂੰ ਜ਼ਿੰਦਗੀ ਨੂੰ ਸਦੀਵੀ ਆਪਣੇ ਜੀਵਨ ਸਾਈਂ ਦੇ ਨਾਲ ਅਭੇਦ ਕਰਕੇ ਜਿਉਣਾ ਹੈ ਤਾਂ ਸਭ ਤੋਂ ਪਹਿਲਾਂ ਜਤ ਪਹਾਰਾ। ਜਤ, ਜਤ ਕਿਹਨੂੰ ਕਹਿੰਦੇ ਨੇ? ਜਤ ਜਿਹਨੂੰ ਲੱਭਣ ਦੇ ਲਈ ਸਾਡਾ ਦੇਸ਼ ਜੰਗਲਾਂ ਨੂੰ ਭੱਜੇ। ਭਾਰਤ ਦੇਸ਼ ਦੇ ਅੰਦਰ ਜਤੀ ਬਣਨ ਵਾਸਤੇ ਦੁਨੀਆ ਦਾ ਬੰਦਾ ਘਰ ਵਿੱਚੋਂ ਨਿਕਲਿਆ, ਪਰਿਵਾਰ ਚੋਂ ਨਿਕਲਿਆ, ਸੰਸਾਰ ਵਿੱਚੋਂ ਨਿਕਲਿਆ, ਕੱਢਿਆ ਇਹਨੂੰ ਸੰਸਾਰ ਵਿੱਚੋਂ, ਕੱਢ ਕੇ ਕਿਹੜੇ ਰਾਹ ਪਾਇਆ? ਸਾਡੇ ਇਸ ਦੇਸ਼ ਅੰਦਰ ਜਤੀਆਂ ਦੀ ਚਰਚਾ ਚੱਲਦੀ। ਗੁਰੂ ਨਾਨਕ ਸਾਡੀ ਜ਼ਿੰਦਗੀ ਨੂੰ ਜਤ, ਸੰਜਮ, ਜਤ, ਆਚਰਣ। ਗੁਰੂ ਨਾਨਕ ਜੀ ਸਾਨੂੰ ਕੁਝ ਘੜਨ ਦੇ ਲਈ ਤਿਆਰੀ ਕਰਵਾ ਰਹੇ ਨੇ। ਭਲਿਆ ਆਹ ਮੈਂ ਤੈਨੂੰ ਤਿਆਰੀ ਕਰਵਾਵਾਂ, ਇਹ ਤਿਆਰੀ ਇੱਥੇ ਹੋ ਰਹੀ ਹੈ। ਇਹ ਸੰਗਤ ਦੇ ਵਾਤਾਵਰਨ ਦੇ ਵਿੱਚ ਜਤੀ ਪੈਦਾ ਹੋਣੇ ਨੇ। ਇੱਥੋਂ ਹੀ ਸਾਨੂੰ ਸਾਰਾ ਕੁਝ ਮਿਲਣਾ। ਆਪਾਂ ਜਤੀ ਕਿਸ ਤਰ੍ਹਾਂ ਦਾ ਜਤੀ ਚਾਹੀਦਾ? ਭਲਿਆ ਆ ਮੈਂ ਤੇਰੀ ਸੁਰਤ ਲੈ ਚੱਲਾਂ, ਅੱਗੇ ਲੈ ਚੱਲਾਂ, ਤੈਨੂੰ ਸ਼ਬਦ ਦੀ ਘਾੜਤ ਕੱਢਣ ਵਾਲੇ ਪਾਸੇ ਤੇਰੀ ਸੁਰਤ ਤੁਰ ਚੱਲੇ। ਪਹਿਲਾਂ ਆਪਣੇ ਅੰਦਰ ਜਿਸ ਤਰ੍ਹਾਂ ਸੁਨਿਆਰਾ ਫੁਹਾਰਾ ਲਾ ਕੇ ਬਹਿੰਦਾ ਹੈ, ਆਪਣੀ ਦੁਕਾਨ ਸਜਾ ਕੇ ਬਹਿੰਦਾ ਹੈ, ਉਸ ਦੁਕਾਨ ਜਿੱਥੇ ਸੁਨਿਆਰਾ ਬਹਿੰਦਾ ਹੈ ਨਾ, ਤੇਰਾ ਜਿਹੜਾ ਬੈਠਣ ਦਾ ਢੰਗ ਤਰੀਕਾ ਤੇਰੇ ਅੰਦਰ ਜਤ ਦੀ ਅਵਸਥਾ ਤੇਰੇ ਅੰਦਰ ਆਵੇ। ਤੂੰ ਬਣਨਾ ਚਾਹੁੰਦਾ ਕੁਝ? ਤੂੰ ਕੋਈ ਘੜਨਾ ਚਾਹੁੰਦਾ? ਤੂੰ ਕੋਈ ਅਵਸਥਾ ਖੜੀ ਕਰਨੀ ਚਾਹੁੰਦਾ ਹੈ? ਗੁਰੂ ਨਾਨਕ ਦੇ ਇੱਕ ਇੱਕ ਬੋਲ ਦੇ ਅੰਦਰ ਸਵਾਲ ਹੈ। ਇਹ ਸਵਾਲ ਮੇਰੀ ਪਕੜ ਵਿੱਚ ਨਹੀਂ ਆ ਰਿਹਾ, ਸੰਸਾਰ ਦੀ ਪਕੜ ਵਿੱਚ ਨਹੀਂ ਆ ਰਿਹਾ। ਇਹੀ ਕਾਰਨ ਹੈ ਭਾਗਾਂ ਵਾਲਿਓ, ਅਸੀਂ ਬਾਣੀ ਚੋਂ ਅੱਗੇ ਨਿਕਲੀ ਤੁਰੇ ਜਾ ਰਹੇ ਹਾਂ, ਪੜ੍ਹੀ ਤੁਰੇ ਜਾ ਰਹੇ ਹਾਂ, ਗੱਲ ਨਹੀਂ ਬਣ ਰਹੀ। ਗੁਰਦੇਵ ਨੇ ਇਹ ਜਿਹੜੀ ਜਤ ਸ਼ਬਦ ਦੀ ਗੱਲ ਕੀਤੀ ਨੇ, ਜਾਤੀ ਤਿਆਰ ਵੀ ਕੀਤੇ ਨੇ। ਗੁਰੂ ਨਾਨਕ ਦਾ ਹਰ ਸਿੱਖ ਇਸ ਅਵਸਥਾ ਦੀ ਤਸਵੀਰ ਹੈ, ਇਸ ਅਵਸਥਾ ਦਾ ਵਾਰਸ ਹੈ। ਗੁਰੂ ਨਾਨਕ ਜੀ ਦੇ ਜਿਹੜਾ ਗੁਰੂ ਨਾਨਕ ਦੀ ਸੰਗਤ ਕਰ ਜਾਏਗਾ, ਉਹ ਜਤ ਦੇ ਫੁਹਾਰੇ 'ਤੇ ਬੈਠਾ ਹੋਇਆ ਲਾਜ਼ਮੀ ਹੋਏਗਾ। ਉਹਦੀ ਬਿਰਤੀ ਇਸ ਤਰ੍ਹਾਂ ਦੀ ਨਹੀਂ ਹੋਏਗੀ ਜਤੀ ਸਦਾਵੇਂ। ਜਤੀ ਸਦਾਵੇਂ ਜੁਗਤ ਨਾ ਜਾਣੇ। ਇਹ ਸਾਡੇ ਦੇਸ਼ ਵਿੱਚ ਰਿਹਾ। ਗੁਰੂ ਨਾਨਕ ਸਾਨੂੰ ਜਤੀ ਬਣਾਉਣਾ ਚਾਹੁੰਦਾ ਹੈ, ਜਤ ਦਾ ਫੁਹਾਰਾ ਸਾਨੂੰ ਦੇਣਾ ਚਾਹੁੰਦਾ ਹੈ, ਉਸ ਫੁਹਾਰੇ 'ਤੇ ਸਾਨੂੰ ਖੜਾ ਕਰਨਾ ਚਾਹੁੰਦਾ ਹੈ। ਹੁਣ ਆਪਣੇ ਅੰਦਰ ਇੱਕ ਵਿਚਾਰ ਲੈ ਲੈਣਾ ਕਿ ਆਪਾਂ ਜਿੰਨੇ ਗੁਰੂ ਨਾਨਕ ਜੀ ਦੇ ਸਿੱਖ ਹਾਂ, ਜਿਨ੍ਹਾਂ ਦੀਆਂ ਸੁਰਤਾਂ ਹੁਣ ਇਸ ਪਾਸੇ ਤੁਰ ਪਈਆਂ ਨੇ ਕਿ ਅਸੀਂ ਸ਼ਬਦ ਦੀ ਵਿਚਾਰ ਦੇ ਨਾਲ ਤਰਨਾ ਹੈ, ਬਾਣੀ ਦੀ ਵਿਚਾਰ ਨਾਲ ਅਸੀਂ ਤਰਨਾ ਹੈ, ਅਤੇ ਤਰਨ ਦੇ ਅੰਦਰ ਸੰਕਲਪ ਪੈਦਾ ਹੋ ਗਿਆ ਹੋਏਗਾ
ਤੇ ਤਰਨ ਕਿੱਥੋਂ ਤਰਨਾ ਇਹ ਵੀ ਪਤਾ ਲੱਗ ਗਿਆ ਹੋਏਗਾ। ਤੇ ਗੁਰੂ ਨਾਨਕ ਕਹਿੰਦੇ ਆ ਭਲਿਆ, ਮੈਂ ਤੈਨੂੰ ਉਸ ਮਾਰਗ ਤੇ ਤੋਰ ਦੇਣਾ ਚਾਹੁੰਦੇ, ਵਿਖਾਵੇ ਮਾਤਰ ਨਹੀਂ, ਮੈਂ ਤੈਨੂੰ ਅਮਲੀ ਤੌਰ ਤੇ ਤੋਰਨਾ ਚਾਹੁੰਦਾ। ਬਸ ਇਸ ਸ਼ਬਦ ਨੂੰ ਨਾਲ ਲੈ ਜਾਇਓ, ਆਪਣੇ ਨਾਲ ਲੈ ਕੇ ਆ ਵਿਚਾਰਿਓ। ਪੌੜੀ ਆਪਾਂ ਸਾਰਿਆਂ ਨੂੰ ਕੰਠ ਹੈ, ਇਹ ਪੌੜੀ ਨੂੰ 1 ਵਾਰੀ 2 ਵਾਰੀ 3 ਵਾਰੀ ਪੜ੍ਹ ਕੇ ਆਇਓ। ਇਹ ਸਾਰੀ ਪੌੜੀ ਦੀ ਵਿਚਾਰ ਜਿਵੇਂ ਗੁਰਦੇਵ ਜੀ ਬਖਸ਼ਿਸ਼ ਕਰਨਗੇ ਨਾ, ਆਪਾਂ ਮਾਲਕ ਦੀ ਗੋਦ ਵਿੱਚ ਬੈਠ ਕੇ ਕੱਲ੍ਹ ਸ਼ਾਮ ਨੂੰ ਬੈਠ ਕੇ ਕਰਾਂਗੇ। ਅੱਜ ਦੀ ਸਾਰੀ ਵਿਚਾਰ ਨੂੰ ਭੂਮਿਕਾ ਸਮਝ ਲੈਣਾ, ਜਾਂ ਇਸ ਪੌੜੀ ਦੀ ਵਿਚਾਰ ਤੱਕ ਆਪਣੀ ਸੁਰਤ ਨੂੰ ਲੈ ਕੇ ਜਾਣ ਦਾ ਸਾਧਨ ਸਮਝ ਲੈਣਾ, ਤਾਂ ਕਿ ਅਸੀਂ ਪੌੜੀ ਦੇ ਅਰਥਾਂ ਨਾਲ ਕੇਵਲ ਬੋਧਕ ਤੌਰ 'ਤੇ ਨਾ ਜਾ ਸਕੀਏ, ਪੌੜੀ ਦੇ ਅਰਥਾਂ ਨਾਲ ਸਾਡੀਆਂ ਸੁਰਤਾਂ ਦਾ ਵੀ ਸੰਬੰਧ ਬਣ ਸਕੇ, ਸਾਡੀ ਰੂਹ ਦਾ ਸੰਬੰਧ ਬਣ ਸਕੇ। ਇਹ ਪੌੜੀ ਦੀ ਵਿਚਾਰ ਵਿੱਚੋਂ ਸਾਨੂੰ ਤੱਤ ਮਿਲਣਾ ਹੈ, ਸਾਰ ਮਿਲਣਾ ਹੈ। ਸਹੀ 38 ਪੌੜੀਆਂ ਜਿਹੜੀਆਂ ਪੂਰਨ ਹੋਣੀਆਂ ਨੇ, ਇਸ ਪੌੜੀ ਦੇ ਸਮੇਤ ਜਦੋਂ ਹੋਣਗੀਆਂ, ਫਿਰ ਆਪਾਂ ਮਹਿਸੂਸ ਕਰਾਂਗੇ ਕਿ ਧੰਨ ਗੁਰੂ ਨਾਨਕ ਦੀ ਪਾਵਨ ਬਾਣੀ ਕਿੰਨੀ ਗਿਆਨ ਦਾਤੀ ਹੈ, ਕਿੰਨਾ ਗਿਆਨ ਪਹਿਲਾਂ ਆ ਗਿਆ, ਅਤੇ ਆਪਾਂ ਇਹ ਰਲ ਕੇ ਇਸ ਗਿਆਨ ਨੂੰ ਹੋਰ ਸੰਭਾਲਣ ਦੇ ਲਈ ਕਿੰਨੇ ਕੁ ਆਪਣੇ ਆਪ ਨੂੰ ਅਸੀਂ ਯੋਗ ਬਣਾ ਪਾਏ ਹਾਂ। ਇਹ ਜਤ ਪੁਹਾਰਾ ਤੀਰ ਸੁਨਿਆਰ ਐਰਨ ਮਤ ਦੀ ਜਿਹੜੀ ਗੱਲ ਹੈ, ਇਹਨੂੰ ਆਪਾਂ ਰਲ ਕੇ ਵਿਚਾਰਨ ਦਾ ਯਤਨ ਕੱਲ੍ਹ ਨੂੰ ਕਰਾਂਗੇ। ਅੱਜ ਇੰਨੀਆਂ ਬੇਨਤੀਆਂ ਪ੍ਰਵਾਨ ਕਰ ਲੈਣੀਆਂ, ਹੋਈਆਂ ਭੁੱਲਾਂ ਦੇ ਲਈ ਆਪ ਜੀ ਨੇ ਖਿਮਾ ਬਖਸ਼ਿਸ਼ ਕਰਨੀ। ਆਓ ਧੰਨਵਾਦ ਕਰ ਲਈਏ ਆਪਾਂ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦੀ ਕਿਰਪਾ ਨਾਲ, ਜਿਨ੍ਹਾਂ ਦੀ ਗੋਦ ਵਿੱਚ ਬੈਠੇ ਹਾਂ। ਸਾਰੇ ਅਦਬ ਨਾਲ ਕਹਿ ਲਓ, ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ। ਫਿਰ ਕਹਿ ਲਈਏ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ। ਫਿਰ ਧੰਨਵਾਦ ਆਪ ਸਾਰੀ ਸੰਗਤ ਦਾ, ਜਿਹੜੇ ਚੌਂਕੜੀਆਂ ਮਾਰ ਕੇ ਬੈਠੇ ਹੋ। ਧੰਨਵਾਦ ਫਤਿਹ ਚੈਨਲ TV ਵਾਲੇ ਵੀਰਾਂ ਦਾ, ਜਿਨ੍ਹਾਂ ਨੇ ਇਹ ਬਹੁਤ ਸੁਚੱਜਾ ਜਿਹਾ ਉਦਮ ਸ਼ੁਰੂ ਕੀਤਾ ਹੈ। ਸੰਪੂਰਨ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਇਹਨਾਂ ਨੇ ਕਰਵਾਉਣ ਦਾ ਉਪਰਾਲਾ ਕਦੀ ਸਰਦਾਰ ਜੋਧ ਸਿੰਘ ਜੀ ਨੇ ਆਲ ਇੰਡੀਆ ਰੇਡੀਓ ਦੇ ਉੱਤੋਂ ਲਾਹੌਰ ਤੋਂ ਗੁਰਬਾਣੀ ਵਿਚਾਰ ਪ੍ਰੋਗਰਾਮ ਸ਼ੁਰੂ ਕੀਤਾ ਸੀ, ਅਤੇ ਜਿਹਦੀ ਵਿਚਾਰ ਦੇਸ਼ ਦੇ ਬਟਵਾਰੇ ਬਣਨ ਤੋਂ ਬਾਅਦ ਬੜੇ ਸਾਲਾਂ ਬਾਅਦ ਪੂਰੀ ਹੋਈ। ਇਹਨਾਂ ਨੇ ਉਦਮ ਕੀਤਾ, ਪਰਮਾਤਮਾ ਇਹਨਾਂ ਨੂੰ ਬਲ ਦੇਣ, ਤਾਕਤ ਦੇਣ, ਆਪਾਂ ਨੂੰ ਸ਼ਮੂਲੀਅਤ ਹੋਈ, ਆਪਾਂ ਵੀ ਭਾਗਸ਼ੀਲਾ। ਇਸ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਸਾਹਿਬਾਨ ਬੜੀ ਧੰਨਤਾ ਦੇ ਪਾਤਰ ਨੇ, ਜਿਨ੍ਹਾਂ ਨੇ ਇਸ ਉਦਮ ਨੂੰ ਆਪਣੀ ਝੋਲੀ 'ਚ ਉਹਦਾ ਇੱਕ ਹਿੱਸਾ ਪਵਾਇਆ ਹੈ। ਸੋ ਇਹਨਾਂ ਪ੍ਰਬੰਧਕਾਂ ਨੂੰ ਵਾਹਿਗੁਰੂ ਜੀ ਬਲ, ਤਾਕਤ, ਹੋਰ ਗੁਰਮਤਿ ਦੀ ਸੋਚ ਦੇਣ। ਇਹਨਾਂ ਰਾਹੀਂ ਕੌਮ ਨੂੰ ਸੁਨੇਹਾ ਮਿਲੇ। ਦਾਸ ਇੰਨੇ ਸ਼ਬਦਾਂ ਨਾਲ ਆਪਣੀਆਂ ਭੁੱਲਾਂ ਲਈ ਖਿਮਾ ਦਾ ਜਾ ਚੁੱਕਾ। ਮੇਰੇ ਵਰਗੇ ਨਚੀਜ ਨੂੰ ਵੀ ਤੁਸੀਂ ਮਾਣ ਦਿੱਤਾ, ਤੁਹਾਡਾ ਫਿਰ ਸਾਰਿਆਂ ਦਾ ਧੰਨਵਾਦ। ਅਦਬ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਕਰੀਏ ਗੁਰ ਵਿਚਾਰ, ਨਾਨਕ ਬੇੜੀ ਸੱਚ ਕੀ। ਤਰੀਏ ਗੁਰ